ਕਾਂਡ 5। ਜਿਸ ਤਰ੍ਹਾਂ ਇਸ ਚੱਲਦੇ ਰਸਤੇ 'ਚੋਂ ਚੁਰਾਹੇ ਨਿਕਲ ਰਹੇ ਸਨ, ਜਾਪਦਾ ਸੀ ਇਹ ਛੇਤੀ ਹੀ ਇਕੱਲਾ ਰਹਿ ਜਾਵੇਗਾ। ਇਹਨਾਂ 'ਚੋਂ ਨਿਕਲਦੀਆਂ ਪੱਗ ਡੰਡੀਆਂ ਦੀਆਂ ਪਿੱਠਾਂ ਦਿਸਦੀਆਂ ਸਨ। ਆਉਣ ਵਾਲੇ ਕਿਸੇ ਰਸਤੇ ਦਾ ਮੂੰਹ ਨਜ਼ਰ ਨਹੀਂ ਸੀ ਆਉਂਦਾ। ਪੈਰਾਂ ਦੀਆਂ ਪਿੱਠਾਂ ਨਾਲ ਭਰੇ ਇਹ ਰਾਹ ਇਸ ਰਸਤੇ ਵੱਲ ਪਲਟ ਕੇ ਨਹੀਂ ਸੀ ਵੇਖਦੇ। ਮਰਦਾਨੇ ਨੂੰ ਅਜਿਹੇ ਰਸਤਿਆਂ ਦਾ ਪਤਾ ਸੀ। ਜਦੋਂ ਅਜਿਹੇ ਰਸਤੇ ਉੱਤੇ ਕੋਈ ਨਹੀਂ ਹੁੰਦਾ, ਉਦੋਂ ਛੇਤੀ ਹੀ ਕੁਝ ਡਰਾਉਣਾ ਵਾਪਰਨ ਵਾਲਾ ਜਾਂ ਵਾਪਰ ਚੁੱਕਿਆ ਹੁੰਦਾ ਏ। ਅਜਿਹੇ ਰਸਤੇ ਦੀ ਉਮਰ ਵੀ ਬਹੁਤ ਛੋਟੀ ਹੁੰਦੀ ਏ। ਉਂਝ ਉਹਨੂੰ ਪਤਾ ਸੀ ਕਿ ਰਾਹ ਪੈੜਾਂ ਨਾਲ ਹੀ ਸਾਹ ਲੈਂਦੇ ਨੇ। ਇੱਕ ਚੇਤਾਵਨੀ ਉਹਨਾਂ ਨੂੰ ਪਿਛਲੇ ਪਿੰਡ ਮਿਲ ਚੁੱਕੀ ਸੀ। ਅੱਗੇ ਕਿੱਥੇ ਜਾਣਾ ਏ? ਸਾਧਾਂ ਦੇ ਟੋਲੇ ਨੇ ਗੱਲ ਸਵਾਲ ਤੋਂ ਸ਼ੁਰੂ ਕੀਤੀ, ਪਰ ਜਾਣਕਾਰੀ ਕੁਝ ਹੋਰ ਦਿੱਤੀ ਸੀ। ਇਸ ਤੋਂ ਅੱਗੇ ਕੋਈ ਪਿੰਡ ਨਹੀਂ। ਅੱਗੇ ਵੇਸਵਾਵਾਂ ਦਾ ਮੰਦਰ ਹੈ। ਲਾਹੌਰ ਦੀਆਂ ਸਭ ਵੇਸਵਾਵਾਂ ਆਪਣੀਆਂ ਵਡਾਰਨਾਂ ਨੂੰ ਯਾਦ ਕਰਨ ਲਈ ਇੱਥੇ ਮੱਥਾ ਟੇਕਣ ਆਉਂਦੀਆਂ ਨੇ। ਇਹਨਾਂ ਦਿਨਾਂ ਵਿੱਚ ਉਹ ਮਰਦਾਂ ਨੂੰ ਨੇੜੇ ਨਹੀਂ ਢੁਕਣ ਦਿੰਦੀਆਂ। ਅੱਗੇ ਉਹਨਾਂ ਦਾ ਮੇਲਾ ਭਰ ਰਿਹਾ। ਫਿਰ ਗੱਲ ਉਸੇ ਸਵਾਲ ਨਾਲ ਖਤਮ ਕਰ ਦਿੱਤੀ। ਅੱਗੇ ਕਿੱਥੇ ਜਾਣਾ ਏ? ਮਰਦਾਨੇ ਨੇ ਅੱਗੇ ਵੇਖਿਆ। ਬਾਬੇ ਦੇ ਪੈਰਾਂ ਹੇਠ ਇੱਕ ਮੋੜ ਸਿੱਧਾ ਹੋ ਰਿਹਾ ਸੀ। ਸਾਹਮਣੇ ਮੰਦਰ ਦੀਆਂ ਕੰਧਾਂ ਦਿਸੀਆਂ, ਪਰ ਉਸ ਤੋਂ ਪਹਿਲਾਂ ਦਾ ਰਸਤਾ ਬੜਾ ਅਜੀਬ ਸੀ। ਦੋਵੇਂ ਪਾਸੇ ਬਿਰਮੀਆਂ ਦੀਆਂ ਕਤਾਰਾਂ, ਜਿਵੇਂ ਮਿੱਟੀ ਦੀਆਂ ਖੋਪੜੀਆਂ ਹੋਣ। ਨੇੜੇ ਵੱਜਦੇ ਢੋਲ ਦੀ ਆਵਾਜ਼ ਨਾਲ ਬਿਰਮੀਆਂ ਦੀ ਸੁੱਕੀ ਕੁੱਖ ਦੀ ਧਮਕ ਜਵਾਬ ਦਿੰਦੀ। ਬਿਰਮੀਆਂ ਵਿਚਕਾਰ ਬਹੁਤ ਭੀੜੀ ਪੈੜ ਚਾਲ ਸੀ। ਜ਼ਿਆਦਾ ਬਿਰਮੀਆਂ ਨੂੰ ਛੂਹ ਕੇ ਲੰਘਣਾ ਪੈਂਦਾ। ਮਰਦਾਨੇ ਦਾ ਜੀਅ ਕੀਤਾ ਲੰਘਣ ਵੇਲੇ ਇਹਨਾਂ ਦੇ ਸਿਰੇ ਮੰਦਰਾਂ ਦੇ ਕਲਸ਼ਾਂ ਵਾਂਗ ਕਲਪੇ ਜਾਣ, ਪਰ ਲੱਤਾਂ ਨੂੰ ਛੂਹਦੀ ਸਾਰ ਕਲਪਨਾ ਉਖੜ ਜਾਂਦੀ। ਕਿਤੇ ਕਿਤੇ ਤਾਜ਼ੀ ਮਿੱਟੀ ਦੀ ਨਰਮ ਨੋਕ ਚੰਗੀ ਲੱਗਦੀ, ਪਰ ਅਗਲੇ ਹੀ ਪਲ ਬਿਰਮੀ ਦੇ ਆਰ-ਪਾਰ ਲੰਘੀ ਸੁੱਕੀ ਤਿੜ ਲਟਕਦੀ ਦਿਸਦੀ। ਉਹਨੂੰ ਨਹੀਂ ਸੀ ਪਤਾ ਕਿ ਇਸ ਮਿੱਟੀ ਦੀਆਂ ਜੜ੍ਹਾਂ ਤੋਂ ਖੱਬਲ ਨੂੰ ਸਿੱਲ ਨਹੀਂ ਚੜ੍ਹਦੀ। ਬਿਰਮੀਆਂ ਵਾਲਾ ਅੱਧਾ ਰਸਤਾ ਤੈਅ ਹੋ ਗਿਆ ਸੀ। ਸਵੇਰ ਦਾ ਸੂਰਜ ਹੋਰ ਉੱਪਰ ਆ ਗਿਆ ਸੀ। ਹੁਣ ਉਹਨਾਂ ਦੇ ਅੱਗੇ ਸਿਰਫ ਉਹੀ ਚਿਹਰੇ ਸਨ ਜੋ ਮੰਦਰ ਵੱਲ ਜਾ ਰਹੇ ਸਨ। ਰਾਤ ਦੀਆਂ ਬੁਝੀਆਂ ਮਸ਼ਾਲਾਂ ਨਾਲ ਲੱਦਿਆ ਗਧਾ ਮੰਦਰ ਤੋਂ ਨਿਕਲ ਦੂਰ ਪਿੰਡ ਦੇ ਕੋਹਲੂ ਵੱਲ ਜਾਂਦਾ ਦਿਸਿਆ। ਦੀਵੇ ਤੇਲ ਤੋਂ ਬਿਨਾਂ ਵੀ ਭਾਰੀ ਸਨ। ਤਾਂ ਹੀ ਇੱਕ ਜਨਾਨਾ ਹੱਥ ਉਹਨੂੰ ਹੱਕ ਰਿਹਾ ਸੀ। ਮਰਦਾਨੇ ਤੋਂ ਬਿਨਾਂ ਉਹਦੇ ਵੱਲ ਕਿਸੇ ਨਹੀਂ ਵੇਖਿਆ। ਅੱਜ ਭਗਵਿਆਂ ਵਿੱਚ ਕੋਈ ਇੱਧਰ ਵੱਲ ਆਉਂਦਾ ਦਿਸਿਆ। ਉਹਦੇ ਪਿੱਛੇ ਇੱਕ ਮੁਸਲਮਾਨ ਪਹਿਰਾਵਾ ਸਾਜ਼ ਨਾਲ ਤੁਰ ਰਿਹਾ ਸੀ। ਇਸ ਤਰ੍ਹਾਂ ਤਾਂ ਕਦੇ ਕੋਈ ਫਕੀਰ ਇੱਧਰ ਵੱਲ ਆਉਂਦਾ ਨਹੀਂ ਦਿਸਿਆ। ਜਿੰਨਾ ਵੇਖਿਆ ਉਹ ਵੇਖਣ ਲਈ ਰੁਕ ਗਈਆਂ। ਮੰਦਰ ਅੱਗੇ ਇੱਕ ਸਮੂਹ ਬਣਦਾ ਜਾ ਰਿਹਾ ਸੀ। ਬਾਬੇ ਦਾ ਅੱਜ ਗੇਰੂਆ ਰੰਗ ਜੋਬਨਾਂ 'ਤੇ ਸੀ। ਜਿਵੇਂ ਹਵਾ ਇਹ ਸੋਚ ਕੇ ਵਗਦੀ ਹੈ, ਅੱਗੇ ਜ਼ਰੂਰ ਕਿਸੇ ਨੂੰ ਸਵਾਸਾਂ ਦੀ ਜ਼ਰੂਰਤ ਹੋਵੇਗੀ। ਕੁਝ ਇਸ ਤਰ੍ਹਾਂ ਮਰਦਾਨੇ ਨੇ ਬਾਬੇ ਦੇ ਕਦਮਾਂ ਨੂੰ ਅੱਗੇ ਵੱਧਦਾ ਵੇਖਿਆ। ਖੜਾਵਾਂ ਦੀ ਆਵਾਜ਼ ਉਸ ਸਮੂਹ ਅੱਗੇ ਜਾ ਕੇ ਚੁੱਪ ਹੋ ਗਈ। ਅੱਖਾਂ ਨੂੰ ਛੱਡ ਕੇ ਚਿਹਰੇ ਹਸਮੁਖ ਸਨ। ਖੁੱਲ੍ਹੇ ਖੁੱਲ੍ਹੇ ਸਾਹਾਂ ਦੇ ਸਹਾਰੇ ਉਹਨਾਂ 'ਚੋਂ ਇੱਕ ਜਵਾਨ ਚਿਹਰਾ ਅੱਗੇ ਆਇਆ। ਉਹਦੀ ਜੋਗੀਆਂ ਵਰਗੀ ਤੋਰ ਬਾਬੇ ਸਾਹਮਣੇ ਆ ਕੇ ਰੁਕ ਗਈ। ਇਸ ਤਰ੍ਹਾਂ ਕਿਸੇ ਸਮੂਹ ਦਾ ਮੁਹਾਂਦਰਾ ਬਣ ਕੇ ਖੜ ਜਾਣ ਦੀ ਜਿੱਦ ਮਰਦਾਨੇ ਤੋਂ ਝੱਲੀ ਨਹੀਂ ਸੀ ਜਾ ਰਹੀ। ਦੇਹਾਂ ਦੀਆਂ ਯਾਤਰਾਵਾਂ ਨਜ਼ਰਾਂ ਵਿੱਚ ਉਤਰ ਰਹੀਆਂ ਸਨ। ਲੰਬੀ ਬਿਰਮੀਆਂ ਦੀ ਕਤਾਰ ਇੱਧਰ ਵੱਲ ਸਰਕਦੀ ਦਿਸੀ। ਬੜੀ ਅਨੋਖੀ ਜਾਣ ਪਛਾਣ ਚੱਲ ਰਹੀ ਸੀ। ਕਿਸੇ ਕਿਸੇ ਦਿਨ ਕੁਦਰਤ ਸਿਰਫ ਚਿਹਰਿਆਂ 'ਤੇ ਹੀ ਨਿਰਭਰ ਹੋ ਜਾਂਦੀ ਹੈ। ਬਾਬੇ ਦੇ ਕੋਲ ਖੜ ਕੇ ਵੀ ਮਰਦਾਨੇ ਤੋਂ ਕੰਬਦਾ ਸਰੀਰ ਸਾਂਭ ਨਹੀਂ ਸੀ ਹੋ ਰਿਹਾ। ਹਾਲੇ ਤਾਂ ਦੇਹਾਂ ਨਜ਼ਰਾਂ ਵਿੱਚ ਉਤਰੀਆਂ ਸਨ। ਜਦੋਂ ਇਹਨਾਂ 'ਚੋਂ ਆਵਾਜ਼ ਆਵੇਗੀ, ਫਿਰ ਕਿਸ ਦੇ ਸਹਾਰੇ ਖੜੇਗਾ? ਉਹ ਚਾਹੁੰਦਾ ਸੀ ਇਸ ਤੋਂ ਪਹਿਲਾਂ ਬਾਬੇ ਦੀ ਗਾਉਂਦੀ ਆਵਾਜ਼ ਸੁਣੇ। ਇਹ ਆਹਮਣੇ ਸਾਹਮਣੇ ਖੜ ਕੇ ਕਿਹੋ ਜਿਹੀ ਮਿਲਣੀ ਸੀ? ਅੱਗੇ ਤਾਂ ਅਜਿਹੀ ਚੁੱਪ ਮਿਲਣੀ ਕਦੇ ਨਹੀਂ ਸੀ ਵੇਖੀ। ਫਿਰ ਉਹਨਾਂ ਝਾਕਣੀਆਂ ਵਿੱਚ ਹੰਝੂ ਭਰਦੇ ਦਿਸੇ। ਹੁਣ ਚਿਹਰਿਆਂ ਦੀ ਥੋੜ੍ਹੀ ਥੋੜ੍ਹੀ ਪਛਾਣ ਹੋਣ ਲੱਗੀ। ਇੱਥੇ ਪਹਿਲੀ ਵਾਰ ਉਹਨੇ ਅੱਖਾਂ ਨੂੰ ਅੱਖਾਂ ਨਾਲ ਤੱਕਣ ਦਾ ਹੁਨਰ ਸਿੱਖਦਿਆਂ ਵੇਖਿਆ। ਅਜੀਬ ਕਿਸਮ ਦੀ ਸੰਗਤ ਸੀ। ਉਸ ਕੁੜੀ ਨੇ ਬਾਬੇ ਲਈ ਇੱਕ ਬੰਦਿਸ਼ ਗਾਈ। ਖੁੱਲ੍ਹੀਆਂ ਗੰਢਾਂ ਵਰਗੇ ਉਹਦੇ ਬੁੱਲ੍ਹ ਹੰਝੂਆਂ ਨਾਲ ਭਿੱਜ
ਹੋਰ ਵੀ ਕੋਮਲ ਹੋ ਗਏ। ਫਿਰ ਇਹ ਸਮੂਹ ਬਾਬੇ ਪਿੱਛੇ ਮੰਦਰ ਵੱਲ ਖਿਸਕਣ ਲੱਗਾ। ਉਹਨੂੰ ਜਾਪਿਆ, ਅੱਜ ਤਾਂ ਬਹੁਤ ਸਾਰੇ ਮਰਦਾਨੇ ਬਣ ਗਏ ਨੇ, ਕਿਤੇ ਮੈਂ ਖੋ ਹੀ ਨਾ ਜਾਵਾਂ। ਉਹ ਮੁੜ ਬਾਬੇ ਕੋਲ ਹੋਣ ਦੀ ਕੋਸ਼ਿਸ਼ ਕਰਦਾ। ਕੁਝ ਦੇਰ ਪਹਿਲਾਂ ਛਿੜੇ ਕੰਬੇ ਹਾਲੇ ਸਰੀਰ 'ਚੋਂ ਨਿਕਲੇ ਨਹੀਂ ਸਨ, ਕਿਉਂਕਿ ਹੁਣ ਤੱਕ ਬਾਬੇ ਦੀ ਆਵਾਜ਼ ਨਹੀਂ ਸੀ ਸੁਣੀ। ਨੀਵੀਂ ਜਿਹੀ ਗਿਰੂ ਕਰਦੀ ਨਿਵਾਣ ਦੇ ਅੱਧ ਵਿਚਕਾਰ ਜਾ ਕੇ ਉਹ ਮੰਦਰ ਸੀ, ਜਿਸ ਦੇ ਸਿਰੇ ਤੇ ਇੱਕ ਸੁੱਜੇ ਪੈਰਾਂ ਵਾਲੀ ਪਹਾੜੀ ਖੜੀ ਸੀ। ਇਹ ਬਿਨਾਂ ਛੱਤ ਤੋਂ ਖੜੀਆਂ ਕੰਧਾਂ ਵਾਲਾ ਮੰਦਰ ਸੀ, ਜਿਸ ਵਿੱਚ ਟੱਲ ਦੀ ਜਗ੍ਹਾ ਇੱਕ ਧਾਤ ਦਾ ਗੋਲਾ ਲਟਕਦਾ ਸੀ, ਜਿਸ ਨੂੰ ਖੜਕਾਉਣ ਲਈ ਕੰਧ ਨਾਲ ਮਾਰਨਾ ਪੈਂਦਾ, ਜਿਸ ਨਾਲ ਇਹਦੀ ਅੱਧੀ ਆਵਾਜ਼ ਕੰਧਾਂ 'ਚੋਂ ਨਿਕਲਦੀ ਤੇ ਅੱਧੀ ਇਸ ਧਾਤ 'ਚੋਂ ਸੁਣਦੀ। ਮੰਦਰ ਦੇ ਅੱਗੇ ਦੁਲਹਨ ਵਾਂਗ ਸਜੀ ਇੱਕ ਘੋੜੀ ਖੜੀ ਸੀ। ਪ੍ਰਸ਼ਾਦ ਲੈ ਉਹ ਅੱਧਾ ਘੋੜੀ ਦੇ ਪੈਰਾਂ ਵੱਲ ਸੁੱਟਦੀਆਂ। ਘੋੜੀ ਦੇ ਅੱਗੇ ਖੁੱਲ੍ਹੀ ਜਗ੍ਹਾ ਵਿੱਚ ਬੁੱਤਾਂ ਦੀਆਂ ਕਤਾਰਾਂ ਸਨ, ਜਿਨ੍ਹਾਂ ਦੀ ਵਿਰਲਾਂ 'ਚੋਂ ਬਾਹਰੋਂ ਉੱਡ ਕੇ ਆਏ ਪਤਝੜ ਦੇ ਪੱਤਿਆਂ ਦੀਆਂ ਤਹਿਆਂ ਸਨ। ਮੰਦਰ ਅੰਦਰ ਉਹ ਕੋਈ ਬਿਰਖ ਨਹੀਂ ਉੱਗਣ ਦਿੰਦੀਆਂ। ਪੰਛੀ ਹੌਕਾ ਲੈਣਗੇ, ਅਜਿਹੀ ਕੋਈ ਉਹਨਾਂ ਦੀ ਧਾਰਨਾ ਸੀ। ਮਰਦਾਨੇ ਨੇ ਵੇਖਿਆ। ਮੱਥਾ ਟੇਕ ਕੇ ਮੁੜਦੀਆਂ ਉਹ ਇੱਕ ਵਾਰ ਘੋੜੀ ਦੇ ਸਿਰ ਨੂੰ ਹੱਥ ਲਾਉਂਦੀਆਂ। ਅਜਿਹਾ ਉਸ ਵੇਲੇ ਸਭ ਤੋਂ ਸੌਖਾ ਹੁੰਦਾ ਜਦੋਂ ਉਹਦੀ ਗਰਦਨ ਦਾਣੇ ਖਾਣ ਲਈ ਝੁਕੀ ਹੁੰਦੀ। ਮੰਦਰ ਤੋਂ ਬਾਹਰ ਨਿਕਲਦੇ ਮਰਦਾਨੇ ਨੇ ਵੇਖਿਆ, ਉੱਤਰਦੀਆਂ ਪੌੜੀਆਂ ਉਚਾਈ ਲਈ ਨਹੀਂ, ਸਗੋਂ ਨਿਵਾਣ ਸਾਂਭਣ ਲਈ ਸਨ। ਵਾਰ-ਵਾਰ ਬਾਬੇ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰਦਿਆਂ ਪਿੱਠ ਪਿੱਛੋਂ ਇੱਕ ਡੂੰਘੀ ਆਵਾਜ਼ ਸੁਣੀ, ਸਾਜ਼ ਰਾਜ਼ੀ ਏ। ਸੁਣਨਾ ਜਿੰਨਾ ਸੌਖਾ ਸੀ, ਉੱਤਰ ਦੇਣਾ ਓਨਾ ਹੀ ਔਖਾ ਜਾਪਿਆ। ਆਵਾਜ਼ ਪਿੱਠ ਦੇ ਬਹੁਤ ਨੇੜਿਓਂ ਆਈ, ਪਰ ਸੰਘਣੇ ਸਮੂਹ ਵਿੱਚ ਪਿੱਛੇ ਘੁੰਮ ਕੇ ਵੇਖਣਾ ਬੜਾ ਮੁਸ਼ਕਲ ਸੀ। ਇਹਦਾ ਉੱਤਰ ਤਾਂ ਉਹਦੇ ਸਵਾਲ ਦੀ ਸਾਧਨਾ ਵਿੱਚ ਹੀ ਸੀ, ਪਰ ਉਸ ਆਵਾਜ਼ ਨਾਲ ਬਣੀ ਨੁਹਾਰ ਨੂੰ ਵੇਖਣ ਲਈ ਜੀ ਮਚਲ ਉੱਠਿਆ ਸੀ। ਸ਼ਾਇਦ ਇਸੇ ਕਰਕੇ ਰਬਾਬ ਵਾਰ-ਵਾਰ ਨਾਭੀ ਨਾਲ ਜਾ ਟਕਰਾਉਂਦੀ। ਛੂਹਣ ਨਾਲ ਕੋਈ ਬੰਧਨ ਟੁੱਟ ਰਿਹਾ ਸੀ। ਮਰਦਾਂ ਤੋਂ ਬਿਨਾਂ ਕਦੇ ਅਜਿਹੇ ਸਮੂਹ ਵਿੱਚ ਘਿਰ ਕੇ ਚੱਲਣ ਦਾ ਇਹ ਪਹਿਲਾ ਅਨੁਭਵ ਸੀ। ਆਵਾਜ਼ਾਂ ਨਾਲ ਨੁਹਾਰਾਂ ਬਣਦੀਆਂ ਤੇ ਨਜ਼ਰਾਂ ਨਾਲ ਨੇਸਤੀ ਉਤਰਦੀ। ਅਤੀਤ ਪਹਿਲਾਂ ਕਿਸੇ ਬੰਧਨ ਵਿੱਚ ਸੀ। ਅੱਗੇ ਚੱਲਦੇ ਬਾਬੇ ਦੇ ਤਵੀਤਾਂ ਦੀ ਛਣਕ ਅੱਜ ਉੱਚੀ ਸੁਣ ਰਹੀ ਸੀ। ਹਰੇ ਧਾਗਿਆਂ 'ਚ ਪਰੋਈਆਂ ਰਤਕਾਂ ਦੀ ਮਾਲਾ ਨਾਲ ਭਰੇ ਗਲੇ ਵਾਲਾ ਚਿਹਰਾ ਉਹਦੇ ਬਰਾਬਰ ਆ ਕੇ ਮੁਸਕਰਾਇਆ। ਪ੍ਰਤੀਕਾਂ ਦੇ ਮੋੜਾਂ ਵਰਗੇ ਉਹਦੇ ਹੋਠਾਂ ਦੀ ਬਣਤਰ ਬਾਬੇ ਕੋਲ ਜਾ ਕੇ ਸਾਦਾ ਜਿਹਾ ਪੁੱਛਣ ਲੱਗੀ, ਪੀਰਾ ਤੇਰੀ ਦਰਗਾਹ ਕਿੱਥੇ? ਮੂਰਤੀਆਂ ਤੇ ਮੰਦਰ ਵਿਚਕਾਰ ਜੋ ਖਾਲੀ ਜਗ੍ਹਾ ਸੀ, ਉੱਥੇ ਬਾਬੇ ਦੀਆਂ ਝਲਕਾਂ ਠਹਿਰ ਗਈਆਂ। ਉਹਦੇ ਸਾਹਮਣੇ ਉਹ ਸਭ ਬੈਠਣ ਲੱਗੀਆਂ। ਇਲਾਹੀ ਗਲੇ 'ਚੋਂ ਰਾਮਕਲੀ ਦੀ ਸੱਦ ਉੱਠੀ। ਸਮੂਹ ਵਿੱਚੋਂ ਇੱਕ ਹੋਰ ਸਾਜ਼ ਵੱਜਣ ਦੀ ਆਵਾਜ਼ ਆ ਰਹੀ ਸੀ। ਕੌਣ ਇੰਨੀ ਛੇਤੀ ਰਾਮਕਲੀ ਦੇ ਨੇੜੇ ਪਹੁੰਚ ਗਿਆ? ਦਿਸ ਨਹੀਂ ਸੀ ਰਿਹਾ। ਸਾਹਮਣੇ ਨੈਣ ਹੀ ਨੈਣ ਇਕੱਠੇ ਹੋ ਰਹੇ ਸਨ। ਦੇਹਾਂ ਸ਼ਾਇਦ ਸਾਹਮਣੇ ਬੁੱਤਾਂ ਨੇ ਸੱਦ ਲਈਆਂ ਸਨ। ਕਦੇ-ਕਦੇ ਬਾਬਾ ਵੀ ਅਜਿਹੇ ਅਹਿਸਾਸਾਂ ਦੇ ਸਾਹਮਣੇ ਖੜਾ ਕਰ ਦਿੰਦਾ ਸੀ, ਜਿਨ੍ਹਾਂ ਕੋਲ ਪਹੁੰਚਣ ਲਈ ਕੁਝ ਸਮਾਂ ਚਾਹੀਦਾ ਏ। ਉਹਨੇ ਸਾਰਾ ਕੀਰਤਨ ਬਾਬੇ ਦੇ ਪਿੱਛੇ ਖੜ ਕੇ ਗਾਇਆ। ਕਦੇ-ਕਦੇ ਜਾਪਦਾ ਉਹ ਅੱਜ ਸਾਜ਼ ਦੀ ਜੂਨ ਵਿੱਚ ਚਲਾ ਜਾਵੇਗਾ। ਲੰਬੀਆਂ ਕਤਾਰਾਂ ਵਿੱਚ ਬੈਠੇ ਸਜਿੰਦੇ ਉਹਦੇ ਆਉਣ ਦੀ ਉਡੀਕ ਵਿੱਚ ਬੈਠੇ ਨੇ। ਹੁਣੇ ਅਤੀਤ ਵਿੱਚ ਗਿਆ ਸਰੀਰ ਫਿਰ ਬਾਬੇ ਵੱਲ ਪਰਤਿਆ। ਕੀਰਤਨ ਖਤਮ ਕਰ ਬਾਬਾ ਉੱਥੇ ਹੀ ਧਿਆਨ ਵਿੱਚ ਬੈਠ ਗਿਆ ਸੀ। ਰਤਕਾਂ ਦੀ ਮਾਲਾ ਵਾਲਾ ਉਹ ਚਿਹਰਾ ਹਾਲੇ ਵੀ ਬਾਬੇ ਸਾਹਮਣੇ ਬੈਠਾ ਸੀ। ਉਹਦੇ ਹੀ ਸਵਾਲ ਨੂੰ ਪਲਟ ਕੇ ਕੁਝ ਇਸ ਤਰ੍ਹਾਂ ਪੁੱਛਣ ਨੂੰ ਜੀ ਕੀਤਾ, ਰੂਹ ਰਾਜ਼ੀ ਏ? ਪਿਛਲੀ ਰਾਤ ਵੀ ਸੌਖੀ ਨਹੀਂ ਸੀ ਲੰਘੀ, ਇਹ ਆਉਣ ਵਾਲੀ ਵੀ ਅਜਿਹੀ ਨਾ ਲੰਘੇ। ਅੱਜ ਦਾ ਪੂਰਾ ਦਿਨ ਦੁਬਾਰਾ ਚੇਤੇ ਕੀਤਾ। ਅੱਜ ਦੇ ਕੀਰਤਨ ਵਿੱਚ ਜਦੋਂ ਸਭ ਬੈਠੇ ਚਿਹਰੇ ਹੰਝੂਆਂ ਨਾਲ ਕੋਮਲ ਹੋ ਗਏ ਸਨ, ਬਾਬਾ ਤਾਂ ਕੀਰਤਨ ਕਰ ਧਿਆਨ ਵਿੱਚ ਬੈਠ ਗਿਆ ਸੀ, ਪਰ ਉਹਨਾਂ ਚਿਹਰਿਆਂ ਦੇ ਚੜ੍ਹਦੇ ਉਤਰਦੇ ਵੈਰਾਗ ਤਾਂ ਉਹਨੂੰ ਵੇਖਣੇ ਪੈਣੇ ਸਨ। ਇਹ ਥੱਕੇ ਹੋਏ ਪਾਪਾਂ ਦੇ ਅਕੇਵਿਆਂ ਨਾਲ ਭਰੇ ਚਿਹਰਿਆਂ ਵੱਲ ਲਗਾਤਾਰ ਨਹੀਂ ਸੀ ਝਾਕਿਆ ਜਾ ਸਕਦਾ। ਦੁੱਖਾਂ ਦਾ ਨਿਖਰਿਆ ਸੁਹਜ ਜਦੋਂ ਨਜ਼ਰ ਮਿਲਾਉਂਦਾ ਤਾਂ ਕਾਲਜਾ ਧੱਸ ਜਾਂਦਾ।
ਅਜਿਹੇ ਵੇਲੇ ਕੋਈ ਨਜ਼ਰਾਂ ਦਾ ਜਾਮਨ ਚਾਹੀਦਾ ਸੀ, ਪਰ ਬਾਬਾ ਤਾਂ ਮੰਦਰ ਅੱਗਿਓਂ ਉੱਠ ਹੀ ਨਹੀਂ ਸੀ ਰਿਹਾ। ਉਹਦੀਆਂ ਸ਼ੁੱਧ ਆਕਾਸ਼ ਵਰਗੀਆਂ ਅੱਖਾਂ ਉਵੇਂ ਜਿਵੇਂ ਹੀ ਸਨ। ਕੱਲ ਰਾਤ ਦਾ ਕਈ ਵਾਰ ਜੀ ਕੀਤਾ ਕਿ ਉਹਦੇ ਅੱਗੇ ਇੱਕ ਅਰਜ਼ ਕਰ ਹੀ ਲਵਾਂ, ਬਾਬਾ ਇਹਨਾਂ ਤੋਂ ਦੂਰ ਲੈ ਚੱਲ। ਉਹ ਬਹੁਤ ਦੇਰ ਤੱਕ ਅਸਮਾਨ ਵੱਲ ਤੱਕਦਾ ਰਿਹਾ। ਉੱਪਰ ਵੀ ਸਭ ਦੂਰੀਆਂ ਜਿਸਮਾਂ ਵਾਂਗ ਤੁਰਦੀਆਂ ਦਿਸੀਆਂ। ਦੌੜ ਦੀ ਤਲਾਸ਼ ਲਈ ਹਰ ਕਿਸੇ ਨੂੰ ਜਿਸਮ ਬਣਨਾ ਪੈਂਦਾ ਏ। ਉੱਪਰ ਕੋਈ ਹੋਰ ਤਲਾਸ਼ ਵੀ ਹੈ, ਜਿਸ ਕਰਕੇ ਤਾਰਿਆਂ ਦੀ ਤਰਤੀਬ ਨਹੀਂ ਹਿਲਦੀ ਦਿਸਦੀ, ਨਾ ਹੀ ਟੁੱਟਣ ਨਾਲ ਕੁਝ ਘਟਦਾ ਦਿਸਦਾ ਏ। ਇਸ ਮਨ ਦਾ ਕੀ ਇਸ ਆਕਾਸ਼ ਨਾਲੋਂ ਵੀ ਵੱਡਾ ਘੇਰਾ ਏ? ਫਿਰ ਇਹ ਘੇਰਾ ਛੋਟਾ ਹੁੰਦਾ ਨੀਂਦ ਵਿੱਚ ਬਦਲ ਗਿਆ। ਅੱਜ ਰਾਤੀ ਸੁਪਨੇ ਵਿੱਚ ਨੈਣਾ ਵਾਲਾ ਆਕਾਸ਼ ਦਿਸਿਆ। ਜਾਗ ਖੁੱਲੀ ਤਾਂ ਮੀਂਹ ਪੈ ਰਿਹਾ ਸੀ। ਥੋੜਾ ਹਨੇਰਾ ਸੀ, ਵਰਸਣਾ ਨਹੀਂ ਸੀ ਦਿਸ ਰਿਹਾ। ਉੱਠ ਕੇ ਕਿਤੇ ਜਾਣਾ ਨਹੀਂ ਸੀ, ਕਿਉਂਕਿ ਇੱਥੇ ਛੱਤ ਕੋਈ ਨਹੀਂ ਸੀ। ਸਾਰਾ ਦਿਨ ਭਾਰੀ ਧਾਤ ਨਾਲ ਵੱਜਦੀਆਂ ਕੰਧਾਂ ਹੁਣ ਸ਼ਾਂਤ ਹੋ ਗਈਆਂ ਸਨ। ਆਪਣੇ ਹੀ ਸ਼ਿੰਗਾਰ ਦੇ ਭਾਰ ਨਾਲ ਥੱਕੀ ਘੋੜੀ ਨੇ ਹੁਣ ਗੋਡੀ ਲਾ ਲਈ ਸੀ। ਕਥਕ ਨਰਤਕੀ ਦੇ ਪਹਿਰਾਵੇ ਵਿੱਚ ਪੂਰਾ ਦਿਨ ਸ਼ਿੰਗਾਰੀ ਘੋੜੀ ਅੱਗੇ ਨੱਚਦੀ ਕੁੜੀ ਨੇ ਘੋੜੀ ਦੇ ਢਿੱਡ ਦਾ ਢਾਸਣਾ ਲਾ ਲਿਆ ਸੀ। ਉਹਨੇ ਪੌੜੀਆਂ ਉੱਤੇ ਬੈਠੇ ਮਰਦਾਨੇ ਵੱਲ ਵੇਖਿਆ, ਜਿਸ ਦੇ ਇੱਕ ਹੱਥ ਵਿੱਚ ਰਬਾਬ ਸੀ। ਸਾਰੇ ਦਿਨ ਦੀ ਦੇਹ ਦੀ ਥਕਾਵਟ ਅੱਖਾਂ 'ਚ ਉਤਰ ਆਈ। ਫਿਰ ਮਰਦਾਨੇ ਨੂੰ ਉਹਦੀ ਆਵਾਜ਼ ਸੁਣੀ, ਵੇ ਸਜਿੰਦਿਆ, ਕੁਝ ਚਿਹਰੇ ਨੈਣ ਨਕਸ਼ਾਂ ਕਰਕੇ ਵੀ ਸੱਖਣੇ ਲੱਗਦੇ ਨੇ। ਕੁਝ ਚਿਹਰੇ ਨੈਣਾਂ ਦੇ ਵਿਰਾਗ ਵਿੱਚ ਕਿੰਨੇ ਸੋਹਣੇ ਲੱਗਦੇ ਨੇ। ਜੀ ਤਾਂ ਕੀਤਾ ਉਹਨੂੰ ਰਬਾਬ ਵਜਾ ਕੇ ਉੱਤਰ ਦੇਵਾਂ, ਪਰ ਬਾਬਾ ਧਿਆਨ ਵਿੱਚ ਬੈਠਾ ਸੀ। ਉਹੀ ਮੰਦਰ ਤੇ ਮੂਰਤੀਆਂ ਦੇ ਵਿਚਕਾਰ ਵਾਲੀ ਜਗ੍ਹਾ ਜਿੱਥੇ ਹਰ ਰੋਜ਼ ਕੀਰਤਨ ਚੱਲਦਾ ਸੀ। ਕੁਝ ਕਹਿਣ ਲਈ ਮਰਦਾਨਾ ਖੜਾ ਹੋਇਆ। ਕਦੇ ਕਦੇ ਕਿਸੇ ਅਣਜਾਣ ਸਾਹਸ ਵਿੱਚ ਉਤਰ ਜਾਣ ਨੂੰ ਜੀ ਮਚਲ ਉੱਠਦਾ ਏ। ਸਾਹਮਣੇ ਵਾਲੇ ਚਿਹਰੇ ਨਾਲ ਨਜ਼ਰਾਂ ਮਿਲੀਆਂ। ਇੱਥੇ ਧਿਆਨ ਨੂੰ ਨਜ਼ਰਾਂ ਤੋਂ ਬਾਹਰ ਕੱਢਣਾ ਬੜਾ ਹੀ ਮੁਸ਼ਕਲ ਸੀ। ਨਜ਼ਰਾਂ ਨੁਹਾਰਾਂ ਦਾ ਪਿੱਛਾ ਹੀ ਨਹੀਂ ਸੀ ਛੱਡਦੀਆਂ। ਉਹਨੇ ਬਾਬੇ ਨਾਲ ਕਰੋਧੀ ਸਾਧਾਂ, ਬਰਾਗੀ ਚੁੱਪਾਂ ਤੇ ਪੱਕੀਆਂ ਥਾਵਾਂ ਤੇ ਵੀ ਰਾਤਾਂ ਕੱਟੀਆਂ ਸਨ, ਪਰ ਦੇਹ ਵਿੱਚ ਅਜਿਹੀ ਕੰਬਣੀ ਕਿਤੇ ਨਹੀਂ ਸੀ ਛਿੜੀ। ਪੱਤਲਾਂ ਉੱਤੇ ਖਿਚੜੀ ਦਾ ਲੰਗਰ ਚਾਲੂ ਹੋ ਗਿਆ ਸੀ। ਨਰਤਕੀ ਕਦੋਂ ਉਹਦੇ ਲਈ 2 ਪੱਤਲਾਂ ਲੈ ਆਈ ਸੀ, ਪਤਾ ਹੀ ਨਹੀਂ ਲੱਗਿਆ। ਉਹਦੇ ਵੱਲ ਝੁਕਦੀ ਉਹ ਮੁਸਕਰਾ ਕੇ ਕਹਿ ਰਹੀ ਸੀ, ਪਿੱਠ ਮੂਰਤੀਆਂ ਵੱਲ ਕਰ ਲੈ। ਰਾਤਾਂ ਵੇਲੇ ਮੰਦਰ ਦੀਆਂ ਕੰਧਾਂ ਅੰਦਰ ਸਜਿੰਦੇ ਸੌਂਦੇ ਨੇ। ਰਾਤ ਦੀਆਂ ਕਿਣੀਆਂ ਨਾਲ ਅਜਿਹੀ ਸਲਾਬ ਹੋਈ ਸੀ, ਉਹ ਹਾਲੇ ਬਾਕੀ ਸੀ। ਲੰਗਰ ਖਾ ਕੇ ਬਹੁਤੀਆਂ ਵੇਸਵਾਵਾਂ ਮੂਰਤੀਆਂ ਅੱਗੇ ਪਏ ਪੱਥਰਾਂ ਉੱਤੇ ਜਾ ਬੈਠੀਆਂ ਸਨ। ਚੁਫੇਰਿਓਂ ਢੋਲਾਂ ਡੱਫਾਂ ਦੀ ਆਵਾਜ਼ ਆ ਰਹੀ ਸੀ। ਪਿੰਡ ਵਾਲੇ ਪਾਸਿਓਂ ਇੱਕ ਤੁਰਦੇ ਢੋਲ ਦੀ ਆਵਾਜ਼ ਨੇੜੇ ਆਉਂਦੀ ਸੁਣ ਰਹੀ ਸੀ। ਸਭ ਆਪੋ ਆਪਣੇ ਘਰਾਣਿਆਂ ਦੇ ਲੋਕ ਨਾਚਾਂ ਨਾਲ ਟੱਪੇ ਗਾ ਰਹੀਆਂ ਸਨ। ਕਿਸੇ ਕਿਸੇ ਗੀਤ ਦੀ ਕਲਪਨਾ ਮਰਾਸੀਆਂ ਦੇ ਘਰਾਂ ਕੋਲੋਂ ਹੋ ਕੇ ਲੰਘਦੀ। ਅਜਿਹੇ ਵੇਲੇ ਮਰਦਾਨਾ ਪੌੜੀਆਂ ਉੱਪਰੋਂ ਉੱਤਰ ਮੂਰਤੀਆਂ ਦੇ ਜੰਮ ਘੱਟ ਵੱਲ ਤੁਰ ਪਿਆ। ਦੂਰੋਂ ਜਿੰਨੀ ਇਹਨਾਂ ਦੀ ਗਿਣਤੀ ਘੱਟ ਲੱਗਦੀ, ਵਿਚਕਾਰ ਆ ਕੇ ਉਹ ਤੋਂ ਕਿਤੇ ਜ਼ਿਆਦਾ ਦਿਸਦੀਆਂ। ਹਰ ਬੁੱਤ ਅੱਗੇ ਬੈਠਾ ਇੱਕ ਜੀਵਤ ਆਕਾਰ ਸਾਹਮਣੇ ਵਾਲੇ ਬੁੱਤ ਅੱਗੇ ਬੈਠੇ ਜੀਵਤ ਆਕਾਰ ਨਾਲ ਗੱਲੀਂ ਪਿਆ ਸੀ। ਮਰਦਾਨਾ ਬੁੱਤਾਂ ਵਿੱਚ ਦੀ ਲੰਘਦਾ ਗਿਆ। ਇੱਕ ਬੁੱਤ ਕੋਲੋਂ ਉਹਨੂੰ ਆਵਾਜ਼ ਸੁਣੀ, ਸਾਨੂੰ ਤਾਂ ਗਾਹਕ ਲੁਭਾਉਣ ਨੂੰ ਗਾਉਣਾ ਪੈਂਦਾ ਏ, ਤੈਨੂੰ ਇਹ ਲੱਤ ਕਿਉਂ ਲੱਗੀ ਏ? ਕਾਲੇ ਬੁੱਲਾਂ ਉੱਤੇ ਜਾਮਣੀ ਫਿੰਸੀ ਉੱਪਰ ਜੀਭ ਫੇਰਦੀ ਉਹ ਕੁੜੀ ਹੱਸਦੀ ਰਹੀ ਤਾਂ ਜੋ ਉਹਨੂੰ ਉੱਤਰ ਦਾ ਕੋਈ ਮੌਕਾ ਨਾ ਮਿਲੇ। ਹੁਣ ਉਹ ਗੁੜਗੁੜੀ ਪੀਂਦੀਆਂ 2 ਬੁੱਢੀਆਂ ਕੋਲੋਂ ਲੰਘ ਰਿਹਾ ਸੀ। ਕੋਈ ਨਾਨਕ ਤਪਾ ਏ, ਉਹਦਾ ਸਜਿੰਦਾ ਏ ਕੋਈ। ਮੂਰਤੀਆਂ ਵਿੱਚ ਇਹ ਘੁੰਮਣ ਘੇਰੀ ਵਾਲਾ ਰਸਤਾ ਸੀ। ਬਾਹਰ ਜਾਣ ਲਈ ਹਰ ਬੁੱਤ ਕੋਲੋਂ ਲੰਘਣਾ ਪੈਣਾ ਸੀ। ਅਗਲੀ ਮੂਰਤੀ ਕੋਲ ਇੱਕ ਜਵਾਨ ਕੁੜੀਆਂ ਦਾ ਝੁੰਡ ਉੱਚੀ ਉੱਚੀ ਹੱਸ ਰਿਹਾ ਸੀ। ਉਹਦੇ ਅੱਗੇ ਬੈਠਣ ਲਈ ਬਹੁਤ ਸਾਰੇ ਪੱਥਰ ਸਨ। ਓ ਨਾਨਕ ਤਪੇ ਦੇ ਚੇਲੇ, ਵਜਾ ਸਾਜ, ਤੈਨੂੰ ਨੱਚ ਕੇ ਵਿਖਾਈਏ। ਤੇਰੇ ਸੁਰ ਦਾ ਵਿਰਾਗ ਤਾਂ ਵੇਖੀਏ। ਦੇਹ ਤੋਂ ਬਾਹਰ ਵੀ ਨਿਕਲਦਾ ਏ ਜਾਂ ਨਹੀਂ? ਅਸੀਂ ਵੀ ਦੇਹ ਦਾ ਅਭਿਆਸ ਕੀਤਾ ਏ। ਸਾਜ ਤਾਂ ਪਰਾਇਆ ਹੁੰਦਾ ਏ, ਤੂੰ ਇਹਨੂੰ ਦੇਹ ਤੋਂ ਅਲੱਗ ਹੀ ਨਹੀਂ ਕਰ ਰਿਹਾ। ਇਹ ਜੋਗੀਆਂ ਵਰਗੀਆਂ ਗੱਲਾਂ ਸੁਣ ਮਰਦਾਨੇ ਨੂੰ ਸਰੂਰ ਆ ਗਿਆ ਸੀ। ਅਜੀਬ ਕਿਸਮ ਦੀਆਂ ਜੋਗਣਾ ਸਨ। ਹੁਣ ਤੱਕ ਕਿਸੇ ਨੇ ਵੀ ਉਹਦੇ ਉੱਤਰ ਦੀ ਉਡੀਕ ਨਹੀਂ ਸੀ ਕੀਤੀ। ਸੂਰਜ ਛਿਪਣ ਦਾ ਸਮਾਂ ਆ ਗਿਆ ਸੀ।
ਫਿਰ ਝੁੰਡਾਂ ਨੇ ਘੁੰਮਵਾਂ ਨਾਚ ਸ਼ੁਰੂ ਕੀਤਾ। ਬੁੱਤਾਂ ਅੱਗੇ ਜਿਸਮਾਂ ਨੇ ਘੁੰਮ ਕਈ ਕਿਸਮ ਦੇ ਪੰਧ ਪੂਰੇ ਕੀਤੇ। ਘੁੰਮਦੇ ਸਰੀਰ ਮੁਲਾਇਮ ਹੁੰਦੇ ਦਿਸੇ। ਤੁਰਦੇ ਢੋਲ ਦੀ ਆਵਾਜ਼ ਹੁਣ ਬੁੱਤਾਂ ਵਿੱਚ ਆ ਬੜੀ ਸੀ। ਫਿਰ ਮਰਦਾਨੇ ਨੇ ਵੇਖਿਆ, ਉੱਥੇ ਹਰ ਕੋਈ ਨੱਚ ਉੱਠਿਆ ਸੀ। ਪੁਸ਼ਤਾਂ ਦਰ ਪੁਸ਼ਤਾਂ ਤੋਂ ਅੰਗਾਂ ਨੂੰ ਮਿਲੀ ਨਾਚ ਦੀ ਦਾਤ ਝੂਮ ਉੱਠੀ ਸੀ। ਬੁੱਤ ਦਿਸਣੋਂ ਹਟ ਗਏ ਸਨ। ਇੱਕ ਵਾਰ ਫਿਰ ਸਭ ਆਪੋ ਆਪਣੀ ਜਗ੍ਹਾ ਬੈਠ ਗਈਆਂ ਸਨ। ਸਭ ਕੁਝ ਕਿਸੇ ਤਰਤੀਬ ਵਿੱਚ ਚੱਲ ਰਿਹਾ ਸੀ। ਕਦੇ ਕਦੇ ਮਰਦਾਨੇ ਨੂੰ ਜਾਪਦਾ ਕਿਤੇ ਉਹ ਹੀ ਨਾ ਬੁੱਤ ਬਣ ਕੇ ਖੜ ਜਾਵੇ। ਪਿੰਡ ਵੱਲੋਂ ਤੇਲ ਨਾਲ ਭਰੇ ਦੀਵਿਆਂ ਦੇ ਭਾਰ ਨਾਲ ਝੁਕਿਆ ਗਧਾ ਆਉਂਦਾ ਦਿਸਿਆ। ਤੇਲ ਨਾਲ ਦੀਵੇ ਭਾਰੇ ਹੋ ਗਏ ਸਨ। ਰਤਕਾਂ ਦੀ ਮਾਲਾ ਵਾਲੀ ਕੁੜੀ ਨੇ ਉਹਨੂੰ ਗਲੋਂ ਇਸ ਤਰ੍ਹਾਂ ਫੜਿਆ ਸੀ ਜਿਵੇਂ ਉਹਦਾ ਭਾਰ ਵੰਡਾ ਰਹੀ ਹੋਵੇ। ਫਿਰ ਜੋ ਵੀ ਜਿਸ ਬੁੱਤ ਅੱਗੇ ਬੈਠੀ ਸੀ ਉਹ ਉਸ ਅੱਗੇ ਦੀਵਾ ਰੱਖਦੀ ਗਈ। ਪਰ ਅਸ਼ੀਰਵਾਦ ਲਈ ਮੂਰਤੀਆਂ ਦੇ ਹੱਥ ਖਾਲੀ ਨਹੀਂ ਸਨ। ਕਿਸੇ ਦੇ ਹੱਥ ਲੱਡੂ, ਕਿਸੇ ਦੇ ਸ਼ੰਖ, ਕਿਸੇ ਹੱਥ ਤ੍ਰਿਸ਼ੂਲ, ਭੁਜਾਵਾਂ ਤੱਕ ਵੀ ਰੁੱਝੀਆਂ ਹੋਈਆਂ ਸਨ। ਬੁੱਤਾਂ ਨੂੰ ਮਿਲੇ ਦਾਨ ਹੱਥਾਂ ਵਿੱਚ ਜੜ ਹੋ ਗਏ ਸਨ। ਉਪਯੋਗ ਲਈ ਇਹ ਮੁੜ ਕੇ ਹੱਥ ਨਹੀਂ ਸੀ ਬਣ ਸਕਦੇ। ਮਰਦਾਨੇ ਨੇ ਮੰਦਰ ਵੱਲ ਨਜ਼ਰ ਮਾਰੀ। ਇੱਥੋਂ ਜੇ ਬਾਬੇ ਦੇ ਹੱਥਾਂ ਦੀ ਇੱਕ ਝਲਕ ਹੀ ਦਿਸ ਜਾਵੇ। ਧੁੱਪ ਵਿੱਚ ਥੱਕੀਆਂ ਬੁੱਤਾਂ ਦੀਆਂ ਛਾਵਾਂ ਸ਼ਾਮ ਦੇ ਪਰਛਾਵਿਆਂ ਨਾਲ ਹੀ ਸੌਂ ਗਈਆਂ। ਧੁੱਪ ਨਾਲ ਨਿੱਘੇ ਪੱਥਰ ਠੰਡੇ ਹੋਣ ਲੱਗੇ। ਕੁਝ ਉੱਡਦੇ ਪੰਛੀ ਬੈਠਣ ਦੀ ਕਲਪਨਾ ਨਾਲ ਆਏ ਸਨ। ਕੁਝ ਨਾ ਦਿਸਿਆ ਤਾਂ ਉਡਾਰੀ ਵਿੱਚ ਹੀ ਉਡਾਰੀ ਭਰ ਲਈ। ਦੀਵਿਆਂ ਦੇ ਭਾਰ ਤੋਂ ਮੁਕਤ ਹੋਇਆ ਗਧਾ ਓਨੀ ਦੇਰ ਬੁੱਤਾਂ ਦੇ ਨੇੜੇ ਨਹੀਂ ਚੁਗਦਾ ਜਿੰਨੀ ਦੇਰ ਉਹਨੂੰ ਵਾਪਸੀ ਦਾ ਬੋਝ ਯਾਦ ਰਹੇਗਾ। ਉਹਦੀ ਜਗ੍ਹਾ ਹੁਣ ਦੋ ਗਾਵਾਂ ਇੱਕ ਦੂਜੀ ਨੂੰ ਚੱਟਦੀਆਂ ਜੂਠੀਆਂ ਪੱਤਲਾਂ ਚੱਟਣ ਲੱਗੀਆਂ। ਪੱਤਲਾਂ ਚੱਟ ਕੇ ਥੱਕਿਆ ਇੱਕ ਕੁੱਤਾ ਬੈਠੀਆਂ ਕੁੜੀਆਂ ਦੇ ਪੈਰ ਸੁੰਘਣ ਲੱਗਾ। ਸੁੰਘਦੇ ਕੁੱਤੇ ਵੱਲ ਆਪਣੀ ਝਾਂਜਰ ਨੰਗੀ ਕਰਦੀ ਇੱਕ ਕੁੜੀ ਉੱਚੀ ਉੱਚੀ ਹੱਸੀ। ਐਵੇਂ ਕੋਈ ਯਾਦ ਆਇਆ ਸੀ। ਉਹ ਹੱਸਣ ਦਾ ਕਾਰਨ ਆਪਣੀ ਸਹੇਲੀ ਨੂੰ ਦੱਸਦੀ। ਬਾਬੇ ਕੋਲ ਬੈਠੇ ਮਰਦਾਨੇ ਵੱਲ ਵੇਖਦੀ ਰਹੀ। ਮੰਦਰ ਦੀ ਪਿੱਠ ਪਿੱਛੋਂ ਸਾਰੰਗੀ ਨਾਲ ਘੁੰਗਰੂਆਂ ਦੀ ਆਵਾਜ਼ ਆਉਣ ਲੱਗੀ। ਘੁੰਗਰੂ ਕਿਸੇ ਗੀਤ ਦੇ ਵਿਸ਼ਵਾਸ ਵਿੱਚ ਛਣਕ ਰਹੇ ਸਨ। ਮਰਦਾਨੇ ਨੇ ਸਾਹਮਣੇ ਨਿਗਾਹ ਮਾਰੀ। ਬੁੱਤਾਂ ਅੱਗੇ ਦੀਵੇ ਬਲਦੇ ਦਿਸੇ। ਇੱਕ ਵਾਰ ਫਿਰ ਬੁੱਤਾਂ ਨੂੰ ਨਵੀਂ ਨਜ਼ਰ ਨਾਲ ਵੇਖਣ ਨੂੰ ਜੀਅ ਕੀਤਾ। ਅੱਜ ਹੀ ਦੁਪਹਿਰੇ ਰਤਕਾਂ ਦੀ ਮਾਲਾ ਵਾਲੀ ਕੁੜੀ ਨੇ ਬੁੱਤਾਂ ਵਿੱਚ ਖੜੇ ਨੂੰ ਅਨੋਖੀ ਗੱਲ ਕਹੀ ਸੀ। ਮਨ ਲਈ ਬੁੱਤ, ਹਿਰਦੇ ਲਈ ਮੂਰਤੀ, ਤੂੰ ਕਿੱਥੇ ਖੜਾ ਇਸ ਜਿੰਦਿਆ। ਹੁਣ ਉਹ ਬੁੱਤਾਂ ਵਿੱਚ ਤੁਰਦਾ ਗਿਆ। ਲੋੜ ਤੋਂ ਜ਼ਿਆਦਾ ਦੀਵੇ ਜਗ ਰਹੇ ਸਨ। ਫਿਰ ਉਹ ਸਿਰੇ ਵਾਲੇ ਬੁੱਤ ਕੋਲ ਪਹੁੰਚਿਆ ਜਿੱਥੇ ਅੱਜ ਦੁਪਹਿਰੇ ਉਸ ਕੁੜੀ ਨੇ ਤਾਨੇ ਵਰਗੀ ਆਵਾਜ਼ ਨਾਲ ਕਿਹਾ ਸੀ। ਉਸ ਬੁੱਤ ਅੱਗੇ ਦੀਵਾ ਨਹੀਂ ਸੀ। ਉਹ ਸਥਾਪਿਤ ਵੀ ਨਹੀਂ ਸੀ ਕੀਤਾ, ਸਿਰਫ ਕੁਝ ਹੀ ਫਰਕ ਨਾਲ ਰੱਖਿਆ ਸੀ, ਪਰ ਨਾਲ ਦੇ ਦੀਵਿਆਂ ਦਾ ਚਾਨਣ ਪੈ ਰਿਹਾ ਸੀ। ਬੁੱਤ ਕੁੱਤੇ ਦੀ ਪਿੱਠ ਉੱਪਰ ਧੁੱਪ ਸੇਕਦੀ ਘੁੱਗੀ ਦਾ ਸੀ। ਕੁੱਤੇ ਦੀ ਪੂਛ ਅਣਘੜੀ ਸੀ। ਉੱਡਣ ਲੱਗੀ ਘੁੱਗੀ ਦੇ ਪੈਰਾਂ ਹੇਠਲਾ ਪੱਥਰ ਬਰੀਕ ਸੀ। ਪੈਰਾਂ ਹੇਠਲਾ ਪੱਥਰ ਕਿੱਥੇ ਅਟਕ ਗਿਆ ਸੀ। ਆਪਣੇ ਪਿੱਛੇ ਪੈੜ ਚਾਲ ਸੁਣੀ। ਉਹ ਫਿਰ ਖੜੀ ਸੀ। ਇਸ ਵਾਰੀ ਉਹ ਕੁਝ ਨਹੀਂ ਬੋਲੀ। ਮਰਦਾਨੇ ਦਾ ਜੀਅ ਕੀਤਾ ਰਬਾਬ ਘੁੱਗੀ ਦੇ ਗਲੇ ਉੱਪਰ ਟੰਗ ਦੇਵਾਂ ਤੇ ਉਸ ਕੁੜੀ ਨੂੰ ਖਾਲੀ ਹੱਥ ਨਾਲ ਸੰਬੋਧਨ ਹੋਵਾਂ, ਪਰ ਉਹ ਸਾਹਮਣੇ ਇੱਕ ਠੋਸ ਪੱਥਰ ਉੱਤੇ ਜਾ ਬੈਠੀ ਸੀ ਜਿਸ ਉੱਪਰ ਇੱਕ ਹਥੌੜਾ ਤੇ ਛੈਣੀ ਵੀ ਪਏ ਸਨ। ਜਿਉਂ-ਜਿਉਂ ਹਨੇਰਾ ਵੱਧ ਰਿਹਾ ਸੀ, ਬੁੱਤਾਂ ਦੇ ਪਰਛਾਵੇਂ ਹੋਰ ਗੂੜੇ ਹੋ ਰਹੇ ਸਨ। ਚਾਨਣ ਵਿੱਚ ਕੰਧਾਂ ਦੀਆਂ ਪਿੱਠਾਂ ਤੇ ਲਟਕਦੀਆਂ ਚਮਗਿੱਦੜਾਂ ਹੁਣ ਬੁੱਤਾਂ ਉੱਪਰ ਉੱਡ ਰਹੀਆਂ ਸਨ। ਦੀਵਿਆਂ ਅੱਗੇ ਬਣਦੇ ਉਹਨਾਂ ਦੇ ਸਾਏ ਬੁੱਤਾਂ ਉੱਤੇ ਆ ਕੇ ਹਨੇਰੇ ਦੇ ਚਟਾਕ ਬਣ ਜਾਂਦੇ। ਮਰਦਾਨੇ ਨੇ ਵੇਖਿਆ, ਪੂਰਾ ਹਨੇਰਾ ਹੋਣ ਤੋਂ ਬਾਅਦ ਇੱਥੇ ਕੋਈ ਗਾਉਣ ਦੀ ਆਵਾਜ਼ ਨਹੀਂ ਆਉਂਦੀ, ਸਿਰਫ ਸਾਜ਼ ਵੱਜਦੇ ਨੇ। ਇਹਨਾਂ ਸਾਜ਼ਾਂ ਦੀਆਂ ਧੁਨਾਂ ਗਾਏ ਹੋਏ ਗੀਤਾਂ ਤੋਂ ਅਲੱਗ ਹੁੰਦੀਆਂ। ਇਹਨਾਂ ਵਿੱਚ ਲੋਕ ਰੰਗ ਬੜਾ ਸੁਣਦਾ। ਦੂਰੋਂ ਇੱਕ ਤਾਰੇ ਦੀ ਧੁਨ ਵਿੱਚ ਮਗਨ ਹੋਏ ਮਰਦਾਨੇ ਸਾਹਮਣੇ ਉਹ ਫਿਰ ਸਾਹਮਣੇ ਆ ਖੜੀ। ਉਹਦੀਆਂ ਰਤਕਾਂ ਦਾ ਰੰਗ ਹਨੇਰੇ ਵਿੱਚ ਨਹੀਂ ਸੀ ਦਿਸਦਾ। ਉਹ ਇਸ਼ਾਰਾ ਕਰ ਅੱਗੇ ਅੱਗੇ ਚੱਲ ਪਈ। ਹਨੇਰੇ ਵਿੱਚ ਰੇਤੇ ਦੇ ਢੇਰਾਂ ਉੱਪਰ ਬੈਠੇ ਝੁੰਡ ਦਿਸ ਰਹੇ ਸਨ। ਉਹ ਮੰਦਰ ਤੋਂ ਦੂਰ ਨਿਕਲ ਆਈ ਸੀ। ਚਾਨਣ ਦੇ ਸਾਰੇ ਪਰਛਾਵੇਂ ਕਿਤੇ ਪਿੱਛੇ ਰਹਿ ਗਏ ਸਨ। ਮੇਰੀਆਂ ਕੁੜੀਆਂ ਨੂੰ ਸੁਰਾਂ ਵਿੱਚ ਦੁੱਖ ਦੱਸਣ ਆਏ ਹੋ? ਮਰਦਾਨੇ ਨੇ ਵੇਖਿਆ, ਇੱਕ ਨਗਨ ਸਰੀਰ ਢਿੱਲੇ ਬੁੱਲ੍ਹਾਂ ਉੱਤੇ ਰਾਂਗਲੀ ਦਾਤਨ ਚੱਟਦਾ ਬੋਲ ਰਿਹਾ ਸੀ। ਉਹਦਾ ਇੱਕ ਮਾਤਰ ਪਹਿਰਾਵਾ ਮੱਥੇ ਉੱਤੇ ਲੱਗਿਆ ਤਿਲਕ ਸੀ। ਉਹ ਪੁੱਠੇ ਹੱਥਾਂ ਦੀਆਂ ਪਿੱਠਾਂ ਰਗੜਦੀ ਅਗਲੀ ਗੱਲ ਸ਼ੁਰੂ ਕਰ ਰਹੀ ਸੀ।
ਅੱਛਾ, ਗੁਰੂ ਚੇਲਾ ਭਰ ਜਵਾਨੀ ਵਿੱਚ ਹੀ ਘਰ ਤਿਆਗ ਆਏ ਹੋ। ਅਸੀਂ ਘਰੋਂ ਹੋ ਕੇ ਆਏ ਹਾਂ, ਤਿਆਗ ਕੇ ਨਹੀਂ। ਇਹ ਆਵਾਜ਼ ਉਹਦੇ ਬਿਨਾਂ ਪੁੱਛਿਆਂ ਹੀ ਨਿਕਲ ਗਈ ਸੀ। ਮਰਦਾਨੇ ਨੇ ਇੱਧਰ ਉੱਧਰ ਵੇਖਿਆ। ਅਜਿਹੀ ਬੇਚੈਨ ਜਗ੍ਹਾ ਉਹਨੂੰ ਇਕੱਲਿਆਂ ਨਹੀਂ ਸੀ ਆਉਣਾ ਚਾਹੀਦਾ, ਪਰ ਉਹ ਨਗਨ ਸਰੀਰ ਹਾਲੇ ਚੁੱਪ ਨਹੀਂ ਸੀ ਹੋਇਆ। ਸੁਣਿਆ ਤੇਰੇ ਗੁਰੂ ਦੀ ਕੀਰਤਨ ਤੋਂ ਬਾਅਦ ਵੀ ਆਵਾਜ਼ ਨਹੀਂ ਬਦਲਦੀ। ਮਰਦਾਨੇ ਨੇ ਸਾਹਸ ਇਕੱਠਾ ਕਰ ਇੱਕ ਨਜ਼ਰ ਉਹਦੇ ਵੱਲ ਤੱਕਿਆ। ਸਰੀਰ ਦੀ ਨਗਨਤਾ ਕਿਤੇ ਕੱਪੜਿਆਂ ਨਾਲ ਚਲੀ ਗਈ ਸੀ। ਆਪਣੇ ਸਾਈਂ ਨੂੰ ਕਵੀਂ ਆਉਣਾ ਸੀ, ਖਾਲੀ ਪਿੰਡੇ ਕਿਵੇਂ ਆਵਾਂ? ਉਹ ਹੱਸਦੀ ਹੱਸਦੀ ਹੰਝੂ ਕੇਰਨ ਲੱਗੀ। ਉਹਦੀ ਪਿੱਠ ਪਿੱਛੇ ਵੱਜਦਾ ਇੱਕ ਤਾਰਾ ਉਸੇ ਤਰ੍ਹਾਂ ਵੱਜਦਾ ਰਿਹਾ। ਉਹ ਦੇਹ ਵੀ ਨਗਨ ਸੀ। ਰਾਤ ਕੱਟਣ ਲਈ ਗੱਲੀ ਪੈਣ ਦਾ ਅਨੁਭਵ ਕੰਮ ਨਹੀਂ ਸੀ ਆ ਰਿਹਾ। ਬੁੱਤਾਂ ਅੱਗੇ ਰੱਖੇ ਦੀਵਿਆਂ ਦਾ ਤੇਲ ਮੁੱਕ ਚੁੱਕਾ ਸੀ। ਚੰਨ ਚਾਨਣੀ ਵਿੱਚ ਬੁੱਤਾਂ ਦੇ ਪਰਛਾਵੇਂ ਇੱਕ ਦੂਜੇ ਨੂੰ ਛੂਹਦੇ ਤੇ ਉੱਥੇ ਹੀ ਆਪਣਾ ਆਕਾਰ ਅਲੋਪ ਕਰ ਲੈਂਦੇ। ਰਤਕਾਂ ਵਾਲੀ ਕੁੜੀ ਫਿਰ ਬਾਬੇ ਸਾਹਮਣੇ ਆ ਬੈਠੀ ਸੀ, ਪਰ ਉਹਨੂੰ ਉਸ ਨਗਨ ਸਰੀਰ ਦੇ ਬਾਕੀ ਬਚੇ ਸਵਾਲ ਯਾਦ ਆ ਰਹੇ ਸਨ। ਤੇਰੇ ਗੁਰੂ ਨੂੰ ਵੇਖ ਕੇ ਇਹ ਵਰਾਗਣਾ ਵਾਂਗ ਫਿਰਦੀ ਏ। ਇਹਨੂੰ ਸਾਰਾ ਲਾਹੌਰ ਢੂੰਡਦਾ ਫਿਰੇਗਾ ਤੇ ਇਹਨੂੰ ਧੀ ਬਣਨ ਦਾ ਵਿਰਾਗ ਚੜ ਗਿਆ ਏ। ਫਿਰ ਉਹਨੇ ਕੁੜੀ ਵੱਲ ਉਂਗਲ ਦਾ ਇਸ਼ਾਰਾ ਕੀਤਾ ਸੀ। ਸਾਡੇ ਤਾਂ ਰੋ ਰੋ ਕੇ ਭੁੱਲਣ ਦਾ ਰਿਵਾਜ ਹੁੰਦਾ ਏ। ਤੂੰ ਕਿਉਂ ਨਿਹਰਾ ਇੱਦਾਂ ਦੀਆਂ ਯਾਦਾਂ ਵੱਲ ਤੁਰ ਪਈ ਏ? ਉਹਨੇ ਪਹਿਲੀ ਵਾਰ ਇਸ ਕੁੜੀ ਦਾ ਨਾਂ ਸੁਣਿਆ ਸੀ। ਤੂੰ ਕਿਉਂ ਚੁੱਪ ਏ? ਸਾਨੂੰ ਟੋਕ ਕੇ ਤਾਂ ਹਰ ਕੋਈ ਨੇਕ ਹੋ ਜਾਂਦਾ ਏ। ਪਤਾ ਨਹੀਂ ਸੀ ਲੱਗਿਆ ਕਦੋਂ ਅੱਖਾਂ ਗਿੱਲੀਆਂ ਹੋ ਗਈਆਂ ਸਨ। ਇਹ ਨਗਨ ਸਾਦਗੀ ਮਰਦਾਨੇ ਦੀਆਂ ਅੱਖਾਂ ਧੋ ਗਈ ਸੀ। ਵਾਪਸੀ ਤੇ ਨਿਹਰਾ ਨੇ ਵੀ ਪੁੱਛਿਆ ਸੀ, ਮਰਦਾਨਿਆਂ? ਉਹਨੇ ਪਹਿਲੀ ਵਾਰ ਨਾਂ ਲਿਆ। ਇਹੋ ਜਿਹੇ ਮੁਰਸ਼ਿਦ ਦੀ ਤੂੰ ਹਰ ਵਕਤ ਕਿਵੇਂ ਤਾਬ ਝੱਲਦਾ? ਮੈਥੋਂ ਤਾਂ ਉਹਦੇ ਵੱਲ ਇੱਕ ਪਲ ਵੀ ਨਹੀਂ ਦੇਖਿਆ ਜਾਂਦਾ। ਮੈਂ ਤਾਂ ਗਾਉਣ ਲੱਗ ਪੈਂਦਾ ਹਾਂ, ਦੇਹ ਆਪੇ ਚੱਲਦੀ ਰਹਿੰਦੀ ਏ। ਇੰਨਾ ਕੁਝ ਯਾਦ ਕਰਕੇ ਵੀ ਨੀਂਦ ਨਹੀਂ ਸੀ ਆ ਰਹੀ। ਨਿਹਰਾ ਨੇ ਦੱਸਿਆ ਸੀ, ਇਹ ਕਦੇ ਲਾਹੌਰ ਦੀ ਪ੍ਰਸਿੱਧ ਨਰਤਕੀ ਸੀ। ਜਦੋਂ ਇਹਨੇ ਬਸਤਰ ਪਾਉਣੇ ਛੱਡੇ ਤਾਂ ਗਾਹਕ ਆਉਣੋਂ ਹਟ ਗਏ। ਫਿਰ ਇਹ ਨਗਨ ਬਾਜ਼ਾਰਾਂ ਵਿੱਚ ਘੁੰਮਣ ਲੱਗੀ ਤੇ ਇਹਨੂੰ ਲਾਹੌਰ ਛੱਡਣ ਦਾ ਹੁਕਮ ਹੋ ਗਿਆ। ਅੱਜ ਕੱਲ੍ਹ ਇਹ ਮੇਰਾ ਬੜਾ ਫਿਕਰ ਕਰਦੀ ਏ। ਇੱਕ ਵੇਸਵਾ ਜੋਗਣ ਦੇ ਬਹੁਤ ਨੇੜੇ ਰਹਿੰਦੀ ਏ। ਉਹ ਇੱਕ ਟਿਕ ਉਹਦੇ ਵੱਲ ਵੇਖਦਾ ਰਿਹਾ। ਵੇਸਵਾ ਦੀਆਂ ਅੱਖਾਂ ਵਿੱਚ ਨਹੀਂ ਵੇਖੀਦਾ, ਕਲਪਨਾ ਬਦਲ ਜਾਂਦੀ ਏ। ਇਹ ਬੁੱਤਾਂ ਵੱਲੋਂ ਆਈ ਉਹਦੀ ਸਹੇਲੀ ਦੀ ਆਵਾਜ਼ ਸੀ। ਤੂੰ ਕੋਈ ਸ਼ਾਇਰ ਏ? ਉਹਦੇ ਨਾਲ ਦਾ ਟੋਲਾ ਵੀ ਉਹਨਾਂ ਕੋਲ ਪਹੁੰਚ ਚੁੱਕਾ ਸੀ। ਗੁਰੂ ਚੇਲਾ ਸਭ ਨੂੰ ਜੋਗਣਾ ਬਣਾ ਦੇਣਗੇ ਤਾਂ ਲਾਹੌਰ ਇੱਕ ਜਗ੍ਹਾ ਕਿਵੇਂ ਵਸੂ? ਮਖੌਲ ਕਰਦਾ ਉਹ ਟੋਲਾ ਵੀ ਲੰਘ ਗਿਆ। ਇਹੋ ਜਿਹਾ ਹੋਛਾ ਸਵਾਲ ਕਰਦੀ ਉਹ ਕੁੜੀ ਬਾਬੇ ਅੱਗੇ ਕੁਝ ਇਸ ਤਰ੍ਹਾਂ ਪੁੱਛ ਰਹੀ ਸੀ। ਬਾਬਾ, ਤੇਰੀ ਭੈਣ ਵੀ ਹੈ? ਹਾਂ ਧੀਏ। ਉਹਦਾ ਕੀ ਨਾਂ ਏ? ਬੀਬੀ ਨਾਨਕੀ। ਹੁਣੇ ਜਿਹੜਾ ਚਿਹਰਾ ਚੰਗਾ ਨਹੀਂ ਸੀ ਲੱਗਿਆ, ਉਹਦੇ ਬਹਾਨੇ ਬਾਬੇ ਦੀ ਆਵਾਜ਼ ਸੁਣ ਲਈ ਸੀ। ਇਸ ਤੋਂ ਬਾਅਦ ਫਿਰ ਕੋਈ ਨਹੀਂ ਆਇਆ। ਦੂਰ ਤੱਕ ਰੇਤੇ ਦੇ ਢੇਰਾਂ ਉੱਪਰ ਲੰਬੇ ਪਏ ਇਹ ਸਰੀਰ ਹੁਣ ਬੇਹਰਕਤ ਸਨ। ਥੱਕ ਹਾਰ ਕੇ ਤੇ ਇਹ ਭੁੱਲ ਕੇ ਕਿ ਇਹਨਾਂ ਬੁੱਤਾਂ ਕਰਕੇ ਮੈਨੂੰ ਭਾਰ ਢੋਣਾ ਪੈਂਦਾ ਹੈ, ਉਹ ਗਧਾ ਬੁੱਤਾਂ ਵਿੱਚ ਹੀ ਬੈਠ ਗਿਆ। ਹੁਣ ਵੇਖਣ ਲਈ ਅਸਮਾਨ ਸੀ। ਜਦੋਂ ਨੀਂਦ ਆਈ ਤਾਂ ਅੰਗੁਲੀ ਮਾਰ ਦੇ ਪੱਥਰ ਵੱਜਦੇ ਦਿਸੇ। ਹਰ ਪੱਥਰ ਦੀ ਆਵਾਜ਼ ਵੱਖਰੀ, ਪਰ ਬੰਦੇ ਚੁੱਪ ਸਨ। ਕਈ ਵਾਰੀ ਭੁਲੇਖਾ ਪੈਂਦਾ ਬੁੱਤ ਹੀ ਆਪਣੇ ਨਾਲੋਂ ਕੁਝ ਹਿੱਸਾ ਤੋੜ ਸੁੱਟ ਰਹੇ ਨੇ, ਜਿਨ੍ਹਾਂ ਆਕਾਰਾਂ ਤੇ ਕਦੇ ਭਰੋਸਾ ਹੀ ਨਹੀਂ ਸੀ ਕੀਤਾ। ਉਹ ਅੰਦਰ ਕਿੱਧਰੋਂ ਜਾ ਵੜੇ? ਜਾਗ ਖੁੱਲੀ ਤਾਂ ਉਹ ਕਿੰਨੀ ਦੇਰ ਬੁੱਤਾਂ ਵੱਲ ਵੇਖਦਾ ਰਿਹਾ। ਧੁੱਪ ਨਿਕਲ ਆਈ ਸੀ। ਘੋੜੀ ਦੀ ਸਜਾਵਟ ਸ਼ੁਰੂ ਹੋ ਗਈ ਸੀ। ਨਰਤਕੀ ਦਾ ਪਹਿਰਾਵਾ ਅੱਜ ਕਿਸੇ ਗੁੱਜਰੀ ਵਰਗਾ ਸੀ। ਢੋਲ ਡੱਫਾਂ ਤਾਲ ਤੋਂ ਪਹਿਲਾਂ ਸੁਰ ਵਿੱਚ ਆਉਣ ਦੀ ਕੋਸ਼ਿਸ਼ ਕਰਨ ਲੱਗੀਆਂ। ਬਾਬੇ ਅੱਗੇ ਬੈਠਾ ਇਕੱਠ ਵੱਧ ਰਿਹਾ ਸੀ। ਅੱਜ ਦੀ ਰਾਤ ਸ਼ਾਇਦ ਆਖੀਰਲੀ ਸੀ। ਬਾਬੇ ਨੇ ਅੱਜ ਉਹ ਸੰਦੇਸ਼ ਗਾਏ ਜਿਨ੍ਹਾਂ ਤੋਂ ਬਾਅਦ ਅਕਸਰ ਉਹ ਜਗ੍ਹਾ ਛੱਡ ਦਿੰਦਾ ਸੀ। ਅੱਜ ਸ਼ਬਦਾਂ ਦੀ ਝੂਮ ਵਿੱਚ ਉਹ ਇਸ਼ਾਰੇ ਸਨ ਜਿਨ੍ਹਾਂ ਨੇ ਸਮਝੇ ਉਹਨਾਂ ਚਿਹਰਿਆਂ ਉੱਤੇ ਵਿਰਾਗ ਉਤਰ ਆਇਆ ਸੀ। ਦੁਪਹਿਰ ਤੱਕ ਬਾਬਾ ਮੰਦਰ ਅੱਗੇ ਬੈਠਾ ਰਿਹਾ। ਫਿਰ ਚੁੱਪਚਾਪ ਉਹਨੇ ਤੁਰਨਾ ਸ਼ੁਰੂ ਕੀਤਾ। ਇੱਕ ਵੱਡੀ ਭੀੜ ਉਹਦੇ ਪਿੱਛੇ ਤੁਰਨ ਲੱਗੀ। ਉਹੀ ਰਤਕਾਂ ਦੀ ਮਾਲਾ ਵਾਲਾ ਨਿਹਰਾ ਫਿਰ ਅੱਗੇ ਆਇਆ। ਬਾਬਲ ਧੀਆਂ ਨੂੰ ਛੱਡਣ ਜਾਂਦਾ। ਇੱਥੇ ਧੀਆਂ ਬਾਬਲ ਨੂੰ ਛੱਡਣ ਚੱਲੀਆਂ ਨੇ।
ਵੈਰਾਗ ਥੋੜਾ ਵੱਧ ਨਹੀਂ ਜਾਵੇਗਾ? ਬਾਬਾ ਮੁਸਕਰਾਇਆ। ਉਹੀ ਮਿਲਣ ਤੇ ਵਿਛੜਨ ਵਾਲੀ ਜਗ੍ਹਾ ਹੁਣ ਆ ਗਈ ਸੀ। ਮਰਦਾਨੇ ਨੇ ਰਬਾਬ ਛੇੜੀ। ਨਾਲ ਹੀ ਸਾਜ਼ਾਂ ਦਾ ਇੱਕ ਸੰਗਮ ਗੂੰਜ ਉੱਠਿਆ। ਫਿਰ ਸਾਜ਼ਾਂ ਦੇ ਸੰਗਮ ਵਿੱਚ ਬਾਬੇ ਦੀ ਕੋਮਲ ਆਵਾਜ਼ ਸੁਣੀ ਤੇ ਫਿਰ ਸਾਜ਼ਾਂ ਦੇ ਆਵਾਜ਼ ਵਿੱਥ ਪੈਣ ਲੱਗੀ। ਵਿਛੜਨ ਦੀ ਸਾਰੀ ਕਲਾ ਸਾਜ਼ਾਂ ਨੇ ਸੰਭਾਲ ਲਈ ਸੀ। ਬਾਬੇ ਨੇ ਗਾ ਗਾ ਕੇ ਦੂਰੀਆਂ ਧੁਨੀਆਂ ਵਿੱਚ ਪਾ ਦਿੱਤੀਆਂ ਸਨ। ਹੌਲੀ ਹੌਲੀ ਦੋ ਆਕਾਰ ਦਿਸਣੋਂ ਹਟ ਗਏ। ਦੇਰ ਤੱਕ ਸਾਜ਼ ਇਕੱਲੇ ਹੀ ਵੱਜਦੇ ਰਹੇ।